अस्सलाम वालेकुम, मैं ਤੁਹਾਡਾ ਭਰਾ ਅਹਿਮਦ ਰਾਜਪੂਤ। ਵੈਲਕਮ ਬੈਕ ਟੂ ਮਾਈ YouTube ਚੈਨਲ। ਅੱਜ ਦੀ ਵੀਡੀਓ ਪੰਜਾਬੀ ਚ ਕਰਾਂਗੇ। ਕਾਫੀ ਲੋਕ ਕਹਿੰਦੇ ਸਨ ਕਿ ਪੰਜਾਬੀ ਚ ਵੀਡੀਓ ਕਿਉਂ ਨਹੀਂ ਬਣਾਉਂਦੇ, ਤੇ ਮੈਂ ਸੋਚਿਆ ਪੰਜਾਬੀ ਚ ਬਣਾ ਲੈਂਦੇ ਆ। ਇਸ ਪਲਾਜ਼ੇ 'ਚ ਮੈਂ ਰੁਕਿਆ ਸੀ ਜਿਮ ਲਈ, ਜਿਮ ਮੈਂ ਲਾ ਲਈ ਹੈ ਤੇ ਚੱਲਦੇ ਆ ਟਰੱਕ ਦੇ ਅੰਦਰ। ਤੁਹਾਨੂੰ ਦੱਸਦੇ ਆ ਕਿ ਅੱਜ ਵੀਡੀਓ ਪੰਜਾਬੀ ਚ ਕਿਉਂ ਮੈਂ ਬਣਾ ਰਿਹਾ, ਇਹਦੀ ਰੀਜ਼ਨ ਕੀ ਹੈ। ਤੇ ਇਹ ਟਰੱਕ ਮੈਂ ਡਰਾਈਵ ਕਰ ਰਿਹਾ 9-10 ਮਹੀਨੇ ਹੋ ਗਏ ਮੈਨੂੰ ਇਸ ਕੰਪਨੀ 'ਚ। ਉਹਦਾ ਮੈਂ ਹੀ ਟਰੱਕ ਡਰਾਈਵ ਕਰ ਰਿਹਾ 626 ਯੂਨਿਟ। ਤੇ ਇਹ ਟ੍ਰੇਲਰ ਦੇ ਅੰਦਰ ਗੈਸ ਕਰੋ ਕੀ ਹੋ ਸਕਦਾ। ਇੰਨਾ ਨਾ ਸੋਚੋ, ਮੈਂ ਦੱਸ ਦਿੰਦਾ। ਇਹਦੇ ਅੰਦਰ ਜਰਾਬਾਂ ਦਾ ਲੋਡ ਹੈ। ਜਰਾਬਾਂ ਮੈਂ ਚੁੱਕੀਆਂ ਸਨ ਆਸਟਨ ਟੈਕਸਸ ਤੋਂ। ਇਸ ਲੋਡ ਨੂੰ ਮੈਂ ਲੈ ਕੇ ਜਾਣਾ ਵਾਪਸ ਕੈਨੇਡਾ। ਤੇ ਕਾਫੀ ਬਾਈ ਮੈਸੇਜ ਕਰਦੇ ਨੇ, ਪੁੱਛਦੇ ਨੇ ਕਿ ਬਾਈ ਤੁਸੀਂ ਰਹਿੰਦੇ ਕਿੱਥੇ ਹੋ, ਕੈਨੇਡਾ ਰਹਿੰਦੇ US ਰਹਿੰਦੇ ਹੋ, ਸਾਨੂੰ ਸਮਝ ਕੋਈ ਨਹੀਂ ਆਉਂਦੀ ਤੁਸੀਂ ਰਹਿੰਦੇ ਕਿੱਥੇ ਹੋ। ਮੈਂ ਰਹਿੰਦਾ ਕੈਨੇਡਾ ਦੇ ਵਿੱਚ ਹਾਂ, ਬਟ ਮੈਂ US ਆ ਕੇ ਟਰੱਕ ਚਲਾਉਂਦਾ। ਮਤਲਬ ਕਿ ਮੈਂ ਕੈਨੇਡਾ ਤੋਂ ਆਪਣੀ ਡਰਾਈਵ ਸਟਾਰਟ ਕਰਦਾ ਤੇ ਮੈਂ ਆਉਂਦਾ US ਹਾਂ। US ਡਿਲੀਵਰੀ ਕਰਕੇ ਇੱਥੋਂ ਲੋਡ ਚੁੱਕ ਕੇ ਵਾਪਸ ਜਾਂਦਾ ਕੈਨੇਡਾ। ਸਵੇਰ ਮੈਂ 3 ਵਜੇ ਡਰਾਈਵ ਸਟਾਰਟ ਕੀਤੀ ਸੀ, ਹੁਣ 11 ਵੱਜ ਰਹੇ ਨੇ। ਅੰਦਰ ਚੱਲਦੇ ਹਾਂ, ਬ੍ਰੇਕਫਾਸਟ ਕਰਦੇ ਹਾਂ ਆਪਣਾ, ਤੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਅਹਿਮਦ ਭਾਈ ਪੰਜਾਬੀ 'ਚ ਵੀਡੀਓ ਕਿਵੇਂ ਬਣਾ ਰਹੇ ਨੇ, ਕੀ ਹੋ ਗਿਆ ਭਰਾ ਨੂੰ। ਤੇ ਤੁਹਾਨੂੰ ਦੱਸਦੇ ਹਾਂ, ਸਬਰ ਤੇ ਕਰੋ, ਅੰਦਰ ਜਾ ਲੈਂਦਾ ਤੇ ਚੱਲੀਏ ਟਰੱਕ ਦੇ ਅੰਦਰ। ਫਿਰ ਤੁਹਾਨੂੰ ਦਿਖਾਵਾਂ ਟਰੱਕ ਅੰਦਰੋਂ। ਆਲਰੇਡੀ ਮੈਂ ਵੀਡੀਓ ਵਾਸਤੇ ਬਣਾਈ ਹੋਈ ਹੈ, YouTube ਤੇ ਲੱਗੀ ਹੋਈ ਹੈ, ਜਾ ਕੇ ਤੁਸੀਂ ਵੇਖ ਸਕਦੇ ਹੋ ਵੀਡੀਓ। ਨਹੀਂ ਤੇ ਮੈਂ ਤੁਹਾਨੂੰ ਦੁਬਾਰਾ ਟਰੱਕ ਦਿਖਾ ਦਿੰਦਾ ਜੀ। ਤੇ ਵੈਲਕਮ ਹੋ ਗਿਆ ਤੁਹਾਡਾ ਸਾਰਿਆਂ ਦਾ ਟਰੱਕ ਦੇ ਵਿੱਚ। ਵੈਸੇ ਆਲਰੇਡੀ ਜਿਨ੍ਹਾਂ ਨੇ ਟਰੱਕ ਦੇਖਿਆ ਉਹਨਾਂ ਦੇ ਪਤਾ ਹੀ, ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਮੈਂ ਦੁਬਾਰਾ ਦਿਖਾ ਦਿੰਦਾ। ਤੇ ਇਹ ਜਿਹੜੀ ਤੁਹਾਨੂੰ ਚੀਜ਼ ਨਜ਼ਰ ਆ ਰਹੀ ਹੈ, ਤੁਹਾਡਾ ਭਰਾ ਐਕਸਰਸਾਈਜ਼ ਕਰਦਾ। ਇਹ ਮੈਂ ਹੁਣੀ ਰੱਖੀ ਹੈ ਰੀਸੈਂਟਲੀ, 2 ਵੀਕ ਹੋਏ ਨੇ। ਇੱਥੇ TV ਲਾ ਸਕਦੇ ਹਾਂ ਅਸੀਂ। ਇਹ ਅੱਗੇ 2 ਕੈਬਨੇਟ ਨੇ, ਉੱਤੇ ਸਨਰੂਫ ਵੀ ਹੈ, ਤੇ ਇਸ ਸਾਈਡ ਤੇ ਮਾਈਕ੍ਰੋਵੇਵ। ਇਹ ਥੱਲੇ ਫ੍ਰਿਜ ਹੈ, ਇੱਥੇ ਵੀ ਕੈਬਨੇਟ ਇੱਕ, ਤੇ ਆ ਪਿੱਛੇ 2 ਬਾਰੀਆਂ ਹੁੰਦੀਆਂ ਨੇ। ਇਹ ਕੈਨੇਡਾ ਜ਼ਿੰਦਾਬਾਦ। ਉੱਤੇ ਇੱਕ ਬੈੱਡ ਹੁੰਦਾ, ਇੱਕ ਥੱਲੇ ਬੈੱਡ ਹੁੰਦਾ। ਤੇ ਥੱਲੇ ਮੈਂ ਛੋਟਾ ਜਿਹਾ ਕਾਰਪੇਟ ਪਾਇਆ ਹੋਇਆ, ਮਤਲਬ ਕਿ ਕਲੀਨ ਜਿਹਾ ਰਹਿੰਦਾ ਏਰੀਆ। ਤੇ ਅੱਗੇ ਵਾਲੀ ਸਾਈਡ ਤੋਂ ਇਵੇਂ ਦਾ ਟਰੱਕ ਹੁੰਦਾ, ਇਸ ਸਾਈਡ ਤੇ ਪੈਸੇਂਜਰ ਸੀਟ, ਇਸ ਸਾਈਡ ਤੇ ਡਰਾਈਵਰ ਸੀਟ। ਜਿਨ ਭਾਈਆਂ ਦਾ ਆਪਣਾ ਟਰੱਕ ਹੁੰਦਾ ਉਹਨਾਂ ਨੇ ਇਹ ਸੀਟ ਕੱਢੀ ਹੁੰਦੀ, ਕਾਫੀ ਖੁੱਲੀ ਜਗ੍ਹਾ ਹੋ ਜਾਂਦੀ ਇਸ ਸਾਈਡ ਤੇ। ਇਹ ਟਰੱਕ ਕੰਪਨੀ ਦਾ, ਮੇਰਾ ਟਰੱਕ ਨਹੀਂ ਹੈ। ਕਾਫੀ ਲੋਕ ਮੈਨੂੰ ਮੈਸੇਜ ਕਰਦੇ ਨੇ ਪਾਕਿਸਤਾਨ ਤੋਂ ਕਿ ਬਾਈ ਅਸੀਂ ਡਿਸਪੈਚ ਪ੍ਰੋਵਾਈਡ ਕਰਦੇ ਹਾਂ, ਬੜੇ ਚੀਪ ਰੇਟਸ ਤੁਹਾਨੂੰ ਡਿਸਪੈਚ ਦੇ ਦਾਂਗੇ। ਲੇਕਿਨ ਭਾਈਜਾਨ ਮੇਰਾ ਆਪਣਾ ਟਰੱਕ ਨਹੀਂ ਹੈ ਤੇ ਮੈਨੂੰ ਜ਼ਰੂਰਤ ਨਹੀਂ ਹੈ। ਬਾਕੀ ਥੈਂਕ ਯੂ ਸੋ ਮਚ, ਤੁਸੀਂ ਪੁੱਛਿਆ ਸਾਡੇ ਕੋਲੋਂ। ਤੇ ਇਸ ਤਰ੍ਹਾਂ ਦਾ ਟਰੱਕ ਹੁੰਦਾ ਕੈਨੇਡਾ US 'ਚ, ਤੇ ਕਾਫੀ ਕੰਫਰਟੇਬਲ ਹੁੰਦਾ। ਇਸੇ ਵਜ੍ਹਾ ਤੋਂ ਟਰੱਕ ਡਰਾਈਵਰ 5-6 ਦਿਨ ਰੋਡ ਤੇ ਰਹਿ ਸਕਦੇ ਨੇ। ਏਡੇ ਖੁੱਲੇ ਟਰੱਕ ਹੁੰਦੇ ਨੇ, ਮਤਲਬ ਕਿ ਸਾਰਾ ਕੋਈ ਟਰੱਕ 'ਚ ਲੱਗਾ ਹੁੰਦਾ। ਤੇ ਮੈਂ ਬ੍ਰੇਕਫਾਸਟ ਕਰ ਲੈਂਦਾ। ਤੁਹਾਡੇ ਭਰਾ ਨੇ ਜਿਮ ਲਾਈਏ ਜੇ, ਤੇ ਜਿਮ ਤੋਂ ਬਾਅਦ ਮੈਂ ਬੋਇਲ ਐਗਸ ਖਾਂਦਾ ਆਲਵੇਜ਼। ਤੇ ਤੁਹਾਨੂੰ ਵਿਖਾਉਂਦੇ ਹਾਂ ਕਿਵੇਂ ਮੈਂ ਬੋਇਲ ਐਗਸ ਕਰਦਾ ਟਰੱਕ ਦੇ ਅੰਦਰ। ਤੇ ਇਹ ਪਿਆ ਹੋਇਆ ਆਪਣਾ ਚੁੱਲ੍ਹਾ ਸਟੋਵ, ਇਹਨੂੰ ਮੈਂ ਰੱਖ ਲੈਂਦਾ ਥੱਲੇ। ਚੱਲ ਬੱਚੇ ਬਾਹਰ ਆ ਜਾ ਜੀ। ਤੇ ਇੱਥੇ ਵਿਊ ਆ ਰਿਹਾ ਸਹੀ। ਜੋ ਦੀਆਂ ਮਸ਼ੀਨ ਮੈਂ ਲਿਆ ਕੇ ਰੱਖੀ ਹੈ ਟਰੱਕ 'ਚ, ਕਾਫੀ ਜਗ੍ਹਾ ਟਾਈਟ ਹੋ ਗਈ, ਲੇਕਿਨ ਕੋਈ ਨਹੀਂ, ਐਕਸਰਸਾਈਜ਼ ਵੀ ਕਰਨੀ ਜ਼ਰੂਰੀ ਹੈ। ਚਲੋ ਬਈ, ਤੁਹਾਡੀ ਵਾਰੀ ਆ ਗਈ ਅੱਜ। ਛੇ ਆਂਡੇ ਬਹੁਤ ਨੇ। ਇਹਨੂੰ ਚਲਾਈਦਾ ਕਿਵੇਂ, ਇਹ ਇਹਦਾ ਲਾ ਕੇ, ਮਤਲਬ ਇੱਥੋਂ ਗੈਸ ਆਨ ਹੋ ਗਈ ਹੈ, ਤੁਹਾਨੂੰ ਦਿਖਾਉਂਦੇ ਹਾਂ, ਟੈਨਸ਼ਨ ਨਾ ਲਓ ਤੁਸੀਂ। ਇਹ ਦੇਖੋ, ਇਹ ਚੱਲ ਪਿਆ ਚੁੱਲ੍ਹਾ। ਇਹਦੇ ਅੰਦਰ ਆ ਛੋਟੀ ਜਿਹੀ ਸਿਲੰਡਰੀ ਲੱਗੀ। ਇਹਦੇ ਅੰਦਰ ਮੈਂ ਥੋੜ੍ਹਾ ਜਿਹਾ ਨਮਕ ਪਾ ਦਿੰਦਾ। ਨਮਕ ਪਾਉਣ ਨਾਲ ਇਹ ਹੋਏਗਾ ਕਿ ਇਹਦਾ ਛਿਲਕਾ ਬੜੇ ਆਰਾਮ ਨਾਲ ਲੈ ਜਾਂਦਾ, ਨਹੀਂ ਤੇ ਬੜੀ ਮਿਹਨਤ ਕਰਨੀ ਪੈਂਦੀ ਛਿਲਕੇ ਲਾਉਣ ਲਈ ਆਂਡੇ ਦੇ। ਤੇ ਕਾਫੀ ਲੋਕ ਇਹ ਵਲੌਗ ਦੇਖ ਕੇ ਹੈਰਾਨ ਹੋਣਗੇ ਕਿ ਅਹਿਮਦ ਭਾਈ ਅੱਜ ਪੰਜਾਬੀ 'ਚ ਵੀਡੀਓ ਕਿਉਂ ਬਣਾ ਰਹੇ ਨੇ। ਵਾਏ, ਵਜ੍ਹਾ ਕੀ ਬਣੀ? ਤੇ ਇਹਦੀ ਵਜ੍ਹਾ ਐਵੇਂ ਕਿ ਮੇਰਾ ਦਿਲ ਕਰ ਰਿਹਾ ਸੀ ਮੈਂ ਪੰਜਾਬੀ 'ਚ ਵੀਡੀਓ ਬਣਾਵਾਂ ਇੱਕ, ਤੇ ਮੈਂ ਬਣਾ ਲਈ। ਜੇ ਤੁਹਾਨੂੰ ਚੰਗੀ ਲੱਗੀ ਤੇ ਦੱਸ ਦਵਿਓ, ਜੇ ਨਾ ਚੰਗੀ ਲੱਗੀ ਤੇ ਉਹ ਵੀ ਦੱਸ ਦਵਿਓ, ਕੋਈ ਨਹੀਂ, ਅਸੀਂ ਉਰਦੂ 'ਚ ਬਣਾ ਲਾਂਗੇ। ਆਂਡੇ ਆਪਣੇ ਬੋਇਲ ਹੋ ਰਹੇ ਨੇ, ਆਂਡੇ ਖਾ ਕੇ ਇੱਥੋਂ ਪਾਉਂਦੇ ਆ ਗੇਰ। ਤੇ ਇਸ ਟਾਈਮ ਮੈਂ ਟੈਕਸਰਕਾਨਾ ਸਟੇਟ 'ਚ ਹਾਂ। ਇਹਨਾਂ ਨੂੰ ਮੈਂ ਛਿੱਲ ਲੈਂਦਾ। ਹੁਣ 2 ਸਵਾਲ ਸਭ ਤੋਂ ਜ਼ਿਆਦਾ ਜਿਹੜੇ ਅੱਜ ਤੱਕ ਪੁੱਛੇ ਗਏ ਨੇ ਮੇਰੇ ਕੋਲੋਂ, ਮੈਂ ਤੁਹਾਨੂੰ ਦੱਸ ਦਿੰਦਾ। ਸਾਰੇ ਲੋਕ ਇਹੀ ਮੈਸੇਜ ਕਰਦੇ ਨੇ, 2 ਸਵਾਲ ਪੁੱਛਦੇ ਨੇ। ਇੱਕ, ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ? ਦੂਸਰਾ, ਤੁਸੀਂ ਟਰੈਕਿੰਗ ਬੇਸ ਤੇ ਕੈਨੇਡਾ ਗਏ ਹੋ ਤਾਂ ਸਾਨੂੰ ਵੀ ਦੱਸੋ ਅਸੀਂ ਕਿਵੇਂ ਆਵੀਏ, ਪਾਕਿਸਤਾਨ ਤੋਂ ਡਾਇਰੈਕਟ ਕੈਨੇਡਾ ਆ ਕੇ ਲੱਥੀਏ ਤੇ ਇੱਥੇ ਆਉਂਦੇ ਸਾਡੀ ਟਰੈਕਿੰਗ ਸਟਾਰਟ ਕਰ ਦਈਏ। ਤੇ ਮੇਰੇ ਖਿਆਲ ਨਾਲ ਇਹ ਚੀਜ਼ ਪੋਸੀਬਲ ਨਹੀਂ, ਟਰੈਕਿੰਗ ਬੇਸ ਤੇ ਡਾਇਰੈਕਟ ਪਾਕਿਸਤਾਨ ਤੋਂ ਕੋਈ ਬੰਦਾ ਇੱਥੇ ਆਵੇ। ਲੇਕਿਨ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਵਾਸਤੇ ਵੀਡੀਓ ਇੱਕ ਬਣਾ ਦਿੰਦਾ। ਤੇ ਦੂਸਰੀ ਜਿਹੜੀ ਇਨਕਮ ਵਾਲੀ ਗੱਲ ਹੈ, ਉਹਦੇ ਉੱਤੇ ਵੀ ਮੈਂ ਜਲਦੀ ਵੀਡੀਓ ਬਣਾਵਾਂਗਾ। ਕਿੰਨੇ ਕੁ ਬੰਦਾ ਪੈਸੇ ਅਰਨ ਕਰ ਲੈਂਦਾ ਟਰੱਕ ਦੇ ਵਿੱਚ, ਡਿਪੈਂਡ ਕਰਦਾ। ਟਰੈਕਿੰਗ ਬਹੁਤ ਕਿਸਮ ਦੀ ਹੈ, ਕਿਹੜਾ ਕੰਮ ਤੁਸੀਂ ਕਰਦੇ ਹੋ, ਸੋਲੋ ਕਰਦੇ ਹੋ, ਟੀਮ 'ਚ ਜੌਬ ਕਰਦੇ ਹੋ, ਮਤਲਬ ਕਾਫੀ ਚੀਜ਼ਾਂ ਨੇ। ਤੁਸੀਂ ਇਹ ਸੋਚਦੇ ਹੋਣੇ ਕਿ ਟਰੱਕ ਡਰਾਈਵਰ ਜਿਹੜਾ, ਉਹ ਸਾਰੇ ਟਰੱਕ ਡਰਾਈਵਰ ਸੇਮ ਪੈਸੇ ਕਮਾਉਂਦੇ ਨੇ। ਇੰਜ ਨਹੀਂ ਹੁੰਦਾ, ਹਰ ਬੰਦਾ ਡਿਫਰੈਂਟ ਜੌਬ ਕਰਦਾ, ਹਰ ਬੰਦੇ ਦਾ ਆਪਣਾ ਐਕਸਪੀਰੀਅੰਸ ਹੈ। ਬਾਕੀ ਇਹ ਵੇ ਕਿ ਇਹਦੇ ਉੱਤੇ ਮੈਂ ਵੀਡੀਓ ਬਣਾ ਦਾਂਗਾ ਕਿ ਤੁਸੀਂ ਕਿਸ ਤਰ੍ਹਾਂ ਆ ਸਕਦੇ ਹੋ ਪਾਕਿਸਤਾਨ ਤੋਂ ਟਰੱਕਿੰਗ ਬੇਸ ਤੇ, ਅਗਰ ਪੋਸੀਬਲ ਚੀਜ਼ ਤੇ।
ਕਿਉਂਕਿ ਮੈਨੂੰ ਨਹੀਂ ਸ਼ੌਕ ਮੈਂ ਤੁਹਾਨੂੰ ਗਲਤ ਇਨਫੋਰਮੇਸ਼ਨ ਦੇਵਾਂ, ਤੁਸੀਂ ਫਿਰ ਬਾਅਦ 'ਚ ਮੈਨੂੰ ਮੈਸੇਜ ਕਰੋ ਕਿ ਅਹਿਮਦ ਭਾਈ ਤੁਸੀਂ ਇਸ ਤਰ੍ਹਾਂ ਗਿਆ ਸੀ, ਇਸ ਤਰ੍ਹਾਂ ਦੇ ਹੁੰਦਾ ਹੀ ਨਹੀਂ। ਇਸ ਟਰੱਕ ਸਟਾਪ ਤੇ ਮੈਂ ਰੁਕ ਗਿਆ ਸਲੀਪਲੀ, ਮੇਰੇ ਆਵਰਸ ਖਤਮ ਹੋ ਗਏ ਸਨ। ਤੁਹਾਨੂੰ ਮੈਂ ਵਿਖਾ ਦਿੰਦਾ ਕਿੰਨੇ ਮਿੰਟਸ ਰਹਿ ਗਏ ਸਨ ਡਰਾਈਵ ਦੇ। ਬਟ ਇਹ ਵੇ ਕਿ ਇਹ ਤੋਂ ਅੱਗੇ ਜਿਹੜਾ ਟਰੱਕ ਸਟਾਪ ਸੀ ਉਹ ਦੂਰ ਸੀ, ਤੇ ਮੈਂ ਸੋਚਿਆ ਇੱਥੇ ਹੀ ਸਲੀਪ ਕਰਾਂਗੇ। 5 ਵਜੇ ਨੇ ਤੇ ਰਾਤੀ 3 ਵਜੇ ਮੇਰੀ ਲੌਗਬੁੱਕ ਰੀਸੈਟ ਹੋ ਜਾਏਗੀ, ਮਤਲਬ ਮੇਰੇ ਆਵਰਸ ਆ ਜਾਣਗੇ ਡਰਾਈਵ। ਨਹੀਂ ਸਮਝੇ ਤੁਸੀਂ? ਚਲੋ ਮੈਂ ਤੁਹਾਨੂੰ ਸਮਝਾ ਦਿੰਦਾ ਕਿ US ਦੇ ਵਿੱਚ ਅਸੀਂ ਇੱਕ ਦਿਨ 'ਚ 11 ਘੰਟਿਆਂ ਤੋਂ ਬਾਅਦ ਡਰਾਈਵ 1 ਮਿੰਟ ਉੱਪਰ ਨਹੀਂ ਕਰ ਸਕਦੇ। ਜੋ ਸਾਡੇ 11 ਘੰਟਿਆਂ ਦੀ ਡਰਾਈਵ ਮੁੱਕ ਜਾਂਦੀ ਹੈ ਤੇ ਸਾਨੂੰ ਕਿਸੇ ਟਰੱਕ ਸਟਾਪ ਤੇ ਰੁਕ ਕੇ ਸਲੀਪ ਕਰਨੀ ਪੈਂਦੀ ਹੈ। ਉਹਨੂੰ ਰੀਸੈਟ ਵੀ ਕਹਿ ਦਈਦਾ, ਮਤਲਬ ਕਿ ਅਗਰ ਮੈਂ ਜਦੋਂ ਵੀ ਰੀਸੈਟ ਬੋਲਾਂ ਤੁਸੀਂ ਸਮਝੋ ਕਿ ਬਾਈ ਸਲੀਪ ਕਰਨ ਲੱਗਾ। ਤੇ ਇੱਕ ਰੀਸੈਟ ਹੁੰਦਾ ਜਿਹੜਾ 70 ਘੰਟਿਆਂ ਤੋਂ ਬਾਅਦ ਹੁੰਦਾ, ਉਹ ਸਾਈਕਲ ਦਾ ਰੀਸੈਟ ਹੁੰਦਾ। ਜਿਹੜਾ ਇਹ ਵਾਲਾ ਰੀਸੈਟ ਹੈ ਮਤਲਬ ਹੈ ਮੈਂ ਸਲੀਪ ਕਰਨ ਲੱਗਾ 10 ਘੰਟਿਆਂ ਦੀ ਜਿਹੜੀ ਲੌਗਬੁੱਕ ਹੁੰਦੀ ਉਹਨੂੰ ਸਾਨੂੰ ਸਲੀਪ 'ਚ ਕਰਨਾ ਹੁੰਦਾ ਜਾਂ ਆਫ 'ਚ ਕਰਨਾ ਹੁੰਦਾ। ਤੇ ਇਹ ਵੇ ਕਿ ਜੋ 10 ਘੰਟੇ ਪੂਰੇ ਹੋ ਜਾਂਦੇ ਨੇ ਸਾਡੀ 11 ਘੰਟੇ ਦੀ ਜਿਹੜੀ ਅਗਲੇ ਦਿਨ ਦੀ ਡਰਾਈਵ ਹੈ ਉਹ ਆ ਜਾਂਦੀ ਹੈ। ਇਸ ਟਾਈਮ 5:15 ਹੋ ਗਏ ਨੇ ਤੇ ਮੇਰੀ ਜਿਹੜੀ ਲੌਗਬੁੱਕ ਹੈ ਉਹ ਰਾਤ ਨੂੰ 3:15 ਤੇ ਔਨ ਹੋ ਜਾਏਗੀ, ਮਤਲਬ ਮੇਰੇ ਆਵਰਸ ਆ ਜਾਣਗੇ। 3:30 ਵਜੇ ਮੈਂ ਡਰਾਈਵ ਸਟਾਰਟ ਕਰਾਂਗਾ ਆਪਣੀ ਕੱਲ ਦੀ। 7 ਮਿੰਟ ਦੀ ਡਰਾਈਵ ਰਹਿ ਗਈ ਸੀ ਤੇ ਇਹ ਮੈਨੂੰ ਸਲੀਪ 'ਚ ਪਾਤਾ। 22 ਮਿੰਟ ਹੋ ਗਏ ਨੇ ਸਲੀਪ 'ਚ। ਜਿਵੇਂ ਇੱਥੇ 10 ਘੰਟੇ ਪੂਰੇ ਹੋਣਗੇ, ਜਿਵੇਂ ਇੱਥੇ 10 ਘੰਟੇ ਪੂਰੇ ਹੋਣਗੇ ਤੇ ਇੱਥੇ 11 ਘੰਟੇ ਦੀ ਡਰਾਈਵ ਆ ਜਾਏਗੀ। US ਦੇ ਵਿੱਚ ਇਸ ਤਰ੍ਹਾਂ ਦੇ ਟਰੱਕ ਸਟਾਪ ਹੁੰਦੇ ਨੇ, ਕਾਫੀ ਜ਼ਿਆਦਾ ਪਾਰਕਿੰਗਾਂ ਹੁੰਦੀਆਂ ਨੇ। ਇਸ ਟਾਈਮ ਇਸ ਟਰੱਕ ਸਟਾਪ ਤੇ 120 ਪਾਰਕਿੰਗਾਂ ਨੇ ਤੇ ਇਸ ਟਾਈਮ ਤੁਸੀਂ ਪਾਰਕਿੰਗ ਵੇਖੋ ਨਾ, ਤੁਹਾਨੂੰ ਪਾਰਕਿੰਗ ਨਹੀਂ ਮਿਲੇਗੀ। ਇਹ ਮਕੈਨਿਕ ਸ਼ਾਪ ਹੈ, ਇਹ ਤਕਰੀਬਨ ਹਰ ਟਰੱਕ ਸਟਾਪ ਦੀ ਮਕੈਨਿਕ ਸ਼ਾਪ ਆਪਣੀ ਹੁੰਦੀ ਹੈ। ਇੱਥੇ ਕੋਈ ਟਰੱਕ ਵਾਲਾ ਆ ਜੇ ਤੇ ਕੋਈ ਟਰੱਕ ਬ੍ਰੇਕਡਾਊਨ ਹੋ ਜਾਏ ਹਾਈਵੇ ਤੇ ਇੱਥੇ ਆ ਜੇ, ਇਹ ਸਹੀ ਉਹਦੀ ਛਿੱਲ ਲਾਉਂਦੇ ਨੇ। ਜਿਹੜੇ ਭਾਈਆਂ ਨੂੰ ਪਾਰਕਿੰਗ ਨਹੀਂ ਮਿਲਦੀ ਉਹ ਫਿਰ ਇਸ ਤਰ੍ਹਾਂ ਲਾ ਕੇ ਸੋ ਜਾਂਦੇ ਨੇ। ਇਸ ਤਰ੍ਹਾਂ ਟਿਕਟ ਵੀ ਲੱਗ ਸਕਦੀ ਹੈ, ਪੁਲਿਸ ਵਾਲਾ ਆ ਕੇ ਇਹਨਾਂ ਨੂੰ ਫਾਈਨ ਕਰ ਸਕਦਾ। ਇਹ ਰਾਹ ਦੇ ਵਿੱਚ ਇਹਨਾਂ ਨੇ ਟਰੱਕ ਲਾ ਰਹੇ ਨੇ। ਇਹ ਵਾਲਾ ਟਰੱਕ ਤੁਸੀਂ ਦੇਖ ਰਹੇ ਹੋ, ਇਹ ਫਲੈਟ ਬੈਡ ਦਾ ਕੰਮ ਕਰਦਾ ਭਾਈ। ਪਿੱਛੇ ਲਾਇਆ ਵੀ ਹੋਇਆ ਓਵਰ ਸਾਈਜ਼, ਭਰਾ ਨੇ ਲੋਡ ਚੁੱਕਿਆ ਹੋਇਆ। ਇਸ ਟ੍ਰੇਲਰ ਦੇ ਕਾਫੀ ਜ਼ਿਆਦਾ ਐਕਸਲ ਹੁੰਦੇ ਨੇ, ਕਾਫੀ ਹੈਵੀ ਵੇਟ ਇਹਨਾਂ ਉੱਤੇ ਜਾਂਦੇ ਨੇ। ਸਟੈਪ ਡੈਕ ਵੀ ਇਹਨੂੰ ਕਹਿ ਦਿੰਦੇ ਨੇ, ਲੇਕਿਨ ਇਹ ਤੇ ਉੱਚਾ ਥੋੜਾ ਜਿਹਾ, ਅਗਰ ਇਹ ਥੋੜਾ ਜਿਹਾ ਨੀਵਾਂ ਹੁੰਦਾ ਬਿਲਕੁਲ ਰੋਡ ਦੇ ਨਾਲ ਲੱਗਿਆ ਹੁੰਦਾ ਤਾਂ ਇਹਨੂੰ ਸਟੈਪ ਡੈਕ ਕਹਿੰਦੇ ਨੇ। ਜਿਹੜਾ ਬੰਦਾ ਇਹ ਕੰਮ ਕਰਦਾ ਉਹ ਚੰਗੇ ਪੈਸੇ ਛਾਪਦਾ। ਦੋਨੋਂ ਸੇਮ ਹੀ ਟਰੱਕ ਨੇ, ਲੱਗਦਾ ਭਰਾ ਨੇ ਜਾਂ ਦੋਸਤ ਨੇ। ਪਾਰਕ ਵੀ ਇਕੱਠੇ ਕੀਤੇ ਨੇ। ਖਾਣਾ ਖਾਧਾ ਹੁਣੀ ਵਾਕ ਕਰ ਰਹੇ ਹਾਂ। ਜੇ ਤੁਸੀਂ ਲੋਂਗਾ ਟਰੈਕਿੰਗ ਕਰਦੇ ਹੋ ਤੁਹਾਡਾ ਜਿਹੜਾ ਵੇਟ ਹੈ ਬਹੁਤ ਜ਼ਿਆਦਾ ਗੇਨ ਹੋ ਜਾਂਦਾ। ਉਹਦੀ ਰੀਜ਼ਨ ਹੈ ਵੇ ਕਿ 5-6 ਦਿਨ ਤੇ ਬੰਦਾ ਬਾਹਰ ਰਹਿੰਦਾ ਹੀ ਹੈ ਤੇ ਜਦੋਂ ਬੰਦਾ ਘਰੋਂ ਖਾਣਾ ਲੈਂਦਾ ਉਹ 3 ਦਿਨ ਉਹਦੇ ਨਾਲ ਗੁਜ਼ਾਰਾ ਕਰ ਲੈਂਦਾ, ਲੇਕਿਨ ਖਾਣਾ ਫਿਰ ਦਿਲ ਨਹੀਂ ਕਰਦਾ ਖਾਣ ਦੇ। ਟਰੱਕ 'ਚ ਬਣਾ ਸਕਦੇ ਹਾਂ ਪਰ ਨਹੀਂ ਬਣਾਉਂਦੇ ਲੋਕ। ਉਹਦੀ ਰੀਜ਼ਨ ਹੈ ਕਈ ਬਣਾ ਵੀ ਲੈਂਦੇ ਨੇ, ਟਾਈਮ ਬਚਾਉਂਦੇ ਨੇ, ਆਪਣਾ ਬਾਹਰੋਂ ਖਾ ਲੈਂਦੇ ਨੇ। ਜਦੋਂ ਬਾਹਰੋਂ ਖਾਂਦੇ ਨੇ ਤਾਂ ਉਹਨਾਂ ਦਾ ਵੇਟ ਕਾਫੀ ਗੇਨ ਹੋ ਜਾਂਦਾ। ਮੇਰਾ ਵੇਟ ਕਾਫੀ ਜ਼ਿਆਦਾ ਗੇਨ ਹੋ ਗਿਆ ਤੇ ਹੁਣ ਮੈਂ ਜਦੋਂ ਵੀ ਖਾਣਾ ਖਾਂਦਾ ਟਰੱਕ ਸਟਾਪ ਤੇ ਹੀ ਵਾਕ ਕਰ ਲੈਂਦਾ। ਤੇ ਟਰੱਕ 'ਚ ਵੀ ਵੇਖਿਆ ਤੁਸੀਂ ਮਸ਼ੀਨ ਰੱਖੀ ਹੋਈ ਹੈ, ਉੱਥੇ ਵੀ ਐਕਸਰਸਾਈਜ਼ ਕਰ ਲਈਦੀ ਹੈ। ਇਹ ਸਟੈਪ ਡੈਕ ਵਾਲਾ ਭਾਈ ਜਾ ਰਿਹਾ ਜਿਹਦੀ ਮੈਂ ਗੱਲ ਕਰ ਰਿਹਾ ਸੀ ਨਾ, ਉਹਦਾ ਟ੍ਰੇਲਰ ਹੁੰਦਾ ਜ਼ਮੀਨ ਦੇ ਨਾਲ ਲੱਗਿਆ ਹੁੰਦਾ ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਗੈਪ ਹੈ। ਹੁਣ ਮੈਂ ਲੱਗਾ ਸੌਣ ਤੇ ਤੁਹਾਨੂੰ ਮਿਲਾਂਗਾ ਰਾਤ ਨੂੰ 3 ਵਜੇ। ਹਾਂਜੀ ਗੁੱਡ ਮਾਰਨਿੰਗ। ਸਵੇਰ ਦੇ 3 ਵੱਜ ਗਏ ਨੇ ਤੇ ਰਸ਼ ਦੇਖ ਰਹੇ ਹੋ। ਆਪਣੀ ਮੈਂ ਡਰਾਈਵ ਸਟਾਰਟ ਕਰਨ ਲੱਗਾ ਸਾਂ, ਫਰੈਸ਼ ਮੈਂ ਹੋ ਗਿਆ। ਇੱਕ ਕਾਂਡ ਹੋ ਗਿਆ, ਤੁਹਾਨੂੰ ਮੈਂ ਦੱਸਦਾ ਕੀ ਬਣਿਆ। ਹੁਣੀ ਮੈਂ ਸਲੀਪ ਕਰਕੇ ਉੱਠਿਆ ਤੇ ਕੰਪਨੀ ਦਾ ਮੈਸੇਜ ਆਇਆ ਸੀ ਕਿ ਤੁਸੀਂ ਰਾਹ ਦੇ ਵਿੱਚ ਇੱਕ ਹੋਰ ਜਗ੍ਹਾ ਤੋਂ ਲੋਡ ਪਿਕ ਕਰਨਾ। 3 ਸਕਿੱਡਾਂ ਨੇ ਤੇ ਮੈਂ ਕਿਹਾ ਕਰ ਲਾਂਗੇ, ਫਿਰ ਹੁਣ ਕਰਨੀ ਪੈਣੀ ਹੈ, ਸਾਰੀ ਗੱਲ ਨਿਕਲੇ ਹੋਏ ਆ ਕੰਮ ਲਈ। ਤੇ ਹੁਣ ਮੈਂ ਐਡਰੈਸ ਪਾ ਲਿਆ, ਇੱਥੋਂ 400 ਮਾਈਲ ਹੈ ਇੰਡੀਆਨਾ ਜਿੱਥੋਂ ਲੋਡ ਪਿਕ ਕਰਨਾ। 3 ਸਕਿੱਡਾਂ ਨੇ ਬਸ। ਪਿੱਛੇ ਵੈਸੇ ਜਗ੍ਹਾ ਹੀ 3-4 ਸਕਿੱਡਾਂ ਦੀ ਸੀ, ਲੇਕਿਨ ਕੰਪਨੀ ਨੇ ਉਹ ਲੋਡ ਚੁੱਕ ਹੀ ਲਿਆ ਕਿ ਇਹ ਬੰਦਾ 3 ਸਕਿੱਡਾਂ ਹੋਰ ਚੁੱਕਦਾ ਲਿਆਏ, ਸਾਡੇ ਥੋੜੇ ਜਿਹੇ ਹੋਰ ਪੈਸੇ ਬਣ ਜਾਣਗੇ। तो ਹੁਣ 5.5 ਘੰਟੇ ਦੀ ਡਰਾਈਵ ਰਹਿ ਗਈ ਹੈ। ਹੁਣ ਬ੍ਰੇਕ ਨਹੀਂ ਲਾਣੀ, ਕਾਫੀ ਆ ਚੁੱਕੀ ਹੈ ਆਪਣੀ। ਤੇ ਹੁਣ ਡਰਾਈਵ ਕਰਦੇ ਆ, ਖਿੱਚਦੇ ਆ ਸ਼ੇਰ ਨੂੰ, ਉਹ ਜਾ ਕੇ ਲੋਕੇਸ਼ਨ ਤੇ ਹੀ ਰੁਕਦੇ ਆ ਹੁਣ। ਤੇ ਓਵਰ ਸਾਈਜ਼ ਲੋਡ ਚੈੱਕ ਕਰੋ ਗਾਇਸ, ਇਹ ਭਰਾ ਆਪਣਾ ਲੈ ਕੇ ਜਾ ਰਿਹਾ ਭਜਾਉਂਦਾ ਹੋਇਆ ਪੀਟਰ ਬੈਲਟ ਦੇ ਵਿੱਚ।
ਨਾਲ ਪਿੱਛੇ ਗੱਡੀਆਂ ਵਾਲੇ ਵੀ ਤੇ ਮਗਰ ਇਹਦੀ ਹੈਲਪ ਲਈ ਕਿ ਆ ਭਰਾ ਜਦੋਂ ਦੋ ਲਾਈਨਾਂ 'ਚ ਲੰਘਦਾ ਤੇ ਦੂਜੇ ਟ੍ਰੇਲਰ ਨੂੰ ਹਿੱਟ ਨਾ ਹੋਏ, ਇਸ ਵਜ੍ਹਾ ਤੋਂ ਇਹ ਅੱਗੇ ਪਿੱਛੇ ਰਹਿੰਦੇ ਨੇ। ਮੈਂ ਪਹੁੰਚ ਗਿਆ ਸੀ ਕੰਪਨੀ, ਚੈੱਕ ਇਨ ਕਰਤਾ, ਡੋਰ 4 ਤੇ ਕਰਨਾ ਹੈ ਬੈਕ। ਪਹਿਲੇ ਮੈਂ ਡੋਰ ਦੇਖ ਲੈਂਦਾ ਡੋਰ 4 ਹੈ ਕਿੱਧਰ ਹੈ, ਫਿਰ ਕਰਦੇ ਹਾਂ ਬੈਕ। ਇਹ ਵਾਲਾ ਭਰਾ ਮੈਨੂੰ ਲੱਗਦਾ ਨਿਕਲਣ ਲੱਗਾ ਇੱਥੋਂ, ਤੇ ਆਰਾਮ ਨਾਲ ਇੱਥੇ ਬੈਕ ਕਰਦੇ ਹਾਂ। ਇਸ ਜਗ੍ਹਾ ਤੇ ਮੈਨੂੰ ਕਰਨਾ ਬੈਕ। ਅਗਰ ਤੇ ਆ ਬੰਦਾ ਮੂਵ ਹੋ ਗਿਆ ਤੇ ਫਿਰ ਮੈਂ ਆਰਾਮ ਨਾਲ ਬੈਕ ਕਰ ਲਾਂਗਾ, ਬਿਕਾਜ਼ ਅੱਗੇ ਗੱਡੀਆਂ ਨੇ। ਤੇ ਦੇਖੋ ਟਰਾਈ ਕਰਦੇ ਨਹੀਂ ਤੇ ਬਲਾਈਂਡ ਸਾਈਡ ਬੈਕ ਲਾਉਂਦੇ, ਕਿਉਂਕਿ ਇਸ ਸਾਈਡ ਤੇ ਕਾਫੀ ਰੂਮ ਹੈ। ਜਿਹੜੇ ਬਲਾਈਂਡ ਸਾਈਡ ਬੈਕ ਹੈ ਉਹ ਈਜ਼ੀ ਲੱਗ ਜਾਏਗੀ ਮੇਰੇ। ਕੰਪਨੀ ਨੇ ਮੈਂ ਪੁੱਛ ਲਿਆ ਸੀਲ ਭੰਨਣਾ, ਫਿਰ ਨਾ ਆਖਿਓ ਕਿ ਸੀਲ ਕਿਉਂ ਭੰਨਦੀ ਤੁਸੀਂ। ਇਹਦੇ ਅੰਦਰ ਜਰਾਬਾਂ ਦਾ ਲੋਡ ਹੈ, ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਪਹਿਲੇ, ਲੇਕਿਨ ਇਹ ਪੈਕ ਨੇ, ਤੁਹਾਨੂੰ ਮੈਂ ਖੋਲ ਕੇ ਨਹੀਂ ਦਿਖਾ ਸਕਦਾ। ਅਗਰ ਤੇ ਗੱਡੀਆਂ ਇੱਥੋਂ ਮੂਵ ਕਰ ਦੇਣ ਫਿਰ ਆਰਾਮ ਨਾਲ ਐਲ ਬੈਕ ਇੱਥੇ ਲੱਗ ਜਾਏਗੀ। ਗੱਡੀਆਂ ਪਾਰਕ ਨੇ, ਜਗ੍ਹਾ ਘੱਟ ਹੈ ਤੇ ਹਿੱਟ ਨਹੀਂ ਕਰਨਾ ਕਿਸੇ ਦੇ ਅੰਦਰ। ਆਰਾਮ ਨਾਲ ਇੱਥੇ ਬਲਾਈਂਡ ਸਾਈਡ ਬੈਕ ਕਰਦੇ ਆ। ਵੈਸੇ ਮੈਨੂੰ ਲੱਗ ਰਿਹਾ ਮੂਵ ਕਰਨ ਲੱਗੇ ਨੇ ਗੱਡੀਆਂ, ਇਹਨਾਂ ਨੂੰ ਬ੍ਰੇਕ ਹੋਈ ਹੈ। ਉੱਤੇ ਕੰਮ ਵੀ ਚੱਲ ਰਿਹਾ ਬਿਲਡਿੰਗ ਦੇ। ਕੈਮਰਾ ਰੱਖਣਾ ਭੁੱਲ ਹੀ ਗਿਆ ਸੀ, ਕੈਮਰਾ ਪਿੱਛੇ ਰੱਖ ਲੈਣਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿਵੇਂ ਬੈਕ ਕਰਨੀ। ਇੱਥੇ ਮੈਂ ਬੈਕ ਕਰਨ ਲੱਗਾ ਸੀ ਤੇ ਉਹਨਾਂ ਨੇ ਰੋਕ ਲਿਆ, ਕਹਿੰਦੇ ਇਹ ਲੋਡ ਤੇ ਕੋਈ ਕੱਲ ਬੰਦਾ ਲੈ ਗਿਆ ਤੇ ਕੰਪਨੀ ਨੂੰ ਕਾਲ ਕਰੋ, ਉਹਨਾਂ ਕੋਲ ਪੁੱਛੋ ਕਿੱਧਰ ਆ ਗਏ ਲੋਡ ਲੈਣ ਲਈ। ਆਪਣੀ ਕੰਪਨੀ ਨੂੰ ਕਾਲ ਕਰਕੇ ਪੁੱਛਦਾ ਕਿ ਭਾਜੀ ਕਿੱਥੇ ਭੇਜਦਾ ਲੋਡ, ਇਹਨਾਂ ਕੋਲ ਹੈ ਕੋਈ ਨਹੀਂ, ਬੰਦਾ ਆਲਰੇਡੀ ਲੈ ਗਿਆ। ਟਰੱਕਿੰਗ ਵਿੱਚ ਇਸ ਤਰ੍ਹਾਂ ਵੀ ਹੁੰਦਾ, ਜਿਹੜਾ ਲੋਡ ਸੀ ਉਹ ਬ੍ਰੋਕਰ ਨੇ ਕਿਸੇ ਹੋਰ ਨੂੰ ਸੇਲ ਕਰਤਾ ਤੇ ਸਾਡੀ ਕੰਪਨੀ ਨੂੰ ਟੋਪੀ ਕਰਾਤੀ ਹੈ। ਤੇ ਕੋਈ ਨਹੀਂ, ਖੈਰ ਸਾਡਾ ਟਾਈਮ ਹੀ ਵੇਸਟ ਹੋਇਆ। ਤੇ ਇੱਥੋਂ ਨਿਕਲਦੇ ਹਾਂ। ਭਰਾ ਆਪਣਾ ਪਿੱਛੇ ਬੈਕ ਕਰ ਰਿਹਾ ਗੱਡੀ ਤੇ ਭਰਾ ਨੂੰ ਬਾਦਰ ਕਰ ਰਹੇ ਹਾਂ ਅਸੀਂ। ਇੱਥੋਂ ਨਿਕਲਦੇ ਹਾਂ ਤੇ ਭਰਾ ਦੀ ਗੱਡੀ ਚੈੱਕ ਕਰੋ ਬਸ ਤੁਸੀਂ। ਆਓ ਤੁਹਾਨੂੰ ਵਿਖਾ ਵੀ ਇਹ ਡਿਊਟੀ ਫ੍ਰੀ ਸ਼ਾਪ US ਦੇ ਵਿੱਚ ਕਿਵੇਂ ਦੀ ਹੁੰਦੀ ਹੈ। ਇੱਥੋਂ ਮੈਂ ਚੀਜ਼ ਬਾਏ ਕਰਨੀ ਸੀ ਤੇ ਬਾਰਡਰ ਮੈਂ ਕਰਨ ਲੱਗਾ ਸਾਂ ਕ੍ਰਾਸ। ਇਹ ਆਪਣੇ ਭਰਾ ਆਂਦੇ ਪਏ ਨੇ, ਸਾਰਿਆਂ ਨੇ ਕਰਨਾ ਬਾਰਡਰ ਕ੍ਰਾਸ। ਇਹ ਪਿੱਛੇ ਮੈਂ ਆਪਣਾ ਟਰੱਕ ਕੀਤਾ ਪਾਰਕ। ਇਹਨਾਂ ਨੇ ਬੰਦਾ ਬਿਠਾਇਆ ਸਿਕਿਉਰਿਟੀ ਗਾਰਡ, ਜਿਹੜਾ ਗੱਲਬਾਤ ਨਹੀਂ ਕਰਦਾ, ਬਸ ਦੇਖਦਾ ਹੀ ਹੈ। ਦੂਆ ਹੈ ਬੈਠਾ। ਇਹ ਚੀਜ਼ਾਂ ਆਪਣੇ ਮਤਲਬ ਦੀਆਂ ਨਹੀਂ ਨੇ, ਆਪਣੇ ਮਤਲਬ ਦੀ ਚੀਜ਼ਾਂ ਇਸ ਸਾਈਡ ਤੇ ਨੇ। ਫ੍ਰੈਗਰੈਂਸ ਸਾਰਾ ਕੁਝ ਇੱਥੋਂ ਮਿਲੇਗਾ। ਤੇ ਮੈਂ ਲੈਣੀ ਸੀ ਇੱਕ ਫ੍ਰੈਗਨੈਂਸ, ਮੈਂ ਕਿਹਾ ਇੱਥੋਂ ਲੈ ਲੈਂਦੇ, ਡਿਊਟੀ ਬਚ ਜਾਏਗੀ, ਡਿਊਟੀ ਪੇ ਨਹੀਂ ਕਰਨੀ ਪਏਗੀ। ਇਹ ਪਰਫਿਊਮ ਮੈਂ 5-6 ਸਾਲ ਤੋਂ ਯੂਜ਼ ਕਰ ਰਿਹਾ। ਇੱਕ ਹੈ ਤੇ ਦੂਸਰਾ ਹੈ ਵਰਸਾਚੀ, ਤੀਸਰਾ ਕਿੱਥੇ ਗਿਆ, ਇੱਕ ਡਿਓਰ ਦਾ ਪਰਫਿਊਮ ਹੁੰਦਾ। ਤੇ ਚਲਦੇ ਹਾਂ, ਕਰਦੇ ਹਾਂ ਚੈੱਕਆਊਟ। ਇੱਥੋਂ ਜਿਹੜੀ ਵੀ ਚੀਜ਼ ਤੁਸੀਂ ਲਓਗੇ ਤੁਹਾਨੂੰ ਉਹਦੇ 'ਤੇ ਡਿਊਟੀ ਨਹੀਂ ਪੇ ਕਰਨੀ ਪਏਗੀ। ਥੋੜ੍ਹੀ ਜਿਹੀ ਚੀਪ ਪੈ ਜਾਂਦੀ ਕੈਨੇਡਾ ਦੀ ਪ੍ਰਾਈਸ ਦੇ ਨਾਲ। ਇਹ ਜਿਹੜਾ ਬ੍ਰਾਂਡ ਹੈ ਕੈਨੇਡੀਅਨ ਹੈ, ਇਹਦੇ ਕੱਪੜੇ ਕਾਫੀ ਗਰਮ ਹੁੰਦੇ ਨੇ, ਸਰਦੀਆਂ 'ਚ ਬਹੁਤ ਹੈਲਪ ਕਰਦੇ ਨੇ। ਤੇ ਘੜੀਆਂ ਇਸ ਸਾਈਡ 'ਤੇ ਪਈਆਂ ਨੇ, ਫੋਜ਼ਲ ਗੈਸ, ਇਹ ਲੇਡੀ ਸਟੱਫ ਹੈ। ਸੁਬਾਹ ਦੇ 5 ਵਜੇ ਨੇ, ਅਜੇ ਦਿਨ ਨਹੀਂ ਚੜ੍ਹਿਆ। ਮੈਂ ਬਾਰਡਰ ਕਰਨ ਲੱਗਾ ਸਾਂ ਕ੍ਰਾਸ ਤੇ ਮੈਂ ਸੋਚਿਆ ਡਿਊਟੀ ਫ੍ਰੀ ਸ਼ਾਪ ਮੈਂ ਕਦੀ ਕਦਾਰ ਰੁਕਦਾ। ਅੱਬਾ ਜੀ ਵਾਸਤੇ ਇੱਕ ਚੀਜ਼ ਲੈਣੀ ਹੁੰਦੀ ਹੈ, ਤੁਹਾਨੂੰ ਦੱਸਦਾ ਕਿਹੜੀ ਚੀਜ਼ ਲੈਣੀ ਹੁੰਦੀ, ਤੁਹਾਨੂੰ ਬਲਕਿ ਵਿਖਾ ਦਿੰਦਾ ਵਾ। ਤੇ ਵੇਖ ਸਕਦੇ ਹੋ ਦਿਨ ਚੜ੍ਹ ਰਿਹਾ ਜੇ ਜੀ, ਤੇ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਕੀ ਲਿਆਇਆ ਉੱਤੋਂ। ਇੱਕ ਮਿੰਟ ਲਾਈਟ ਚਲਾ ਲਾਂ। ਇਹ ਸਿੱਕਟਾਂ ਨੇ ਅੱਬਾ ਜੀ ਵਾਸਤੇ। ਤੇ ਇਹ ਜਿਹੜੀ ਫ੍ਰੈਗਰੈਂਸ ਹੈ ਇਹ 15% ਆਫ ਲੱਗੀ ਸੀ, ਮਤਲਬ ਕਿ ਐਕਚੁਅਲ ਪ੍ਰਾਈਸ $92 ਹੈ, ਲੇਕਿਨ ਮੈਨੂੰ $78 ਦੀ ਮਿਲੀ ਹੈ। ਸੋ ਇਹਦੀ ਜਿਹੜੀ ਖੁਸ਼ਬੂ ਹੈ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮਤਲਬ ਵਰਡਸ ਨਹੀਂ ਹੈ ਦੱਸਣ ਲਈ। ਜਿਹੜੇ ਬੰਦੇ ਯੂਜ਼ ਕਰਦੇ ਨੇ ਉਹੀ ਸਮਝ ਸਕਦੇ ਨੇ ਕਿ ਕੈਨੇਡਾ 'ਚ ਸੇਮ ਹੈ ਵਾਲਾ ਪਰਫਿਊਮ $100 ਤੋਂ ਉੱਪਰ ਹੈ। ਤੇ ਇਸ ਤਰ੍ਹਾਂ ਦਾ ਹੁੰਦਾ ਗੋਲਡਨ ਕਲਰ ਦਾ ਪਰਫਿਊਮ ਦਾ, ਪਤਾ ਨਹੀਂ ਕਿਹੜਾ ਕਲਰ ਹੁੰਦਾ ਅੰਦਰੋਂ, ਲੇਕਿਨ ਇਹਦੀ ਸਮੈਲ ਤੁਹਾਨੂੰ ਆਏਗੀ ਤੇ ਨਹੀਂ, ਲੇਕਿਨ ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਕਿੱਥੇ ਲਾ ਲਿਆ ਤੇ ਇੱਕ ਬੈਕ ਸਾਈਡ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਵਰਡਸ ਨਹੀਂ ਹਨ ਮੇਰੇ ਕੋਲ ਕਿੰਨੀ ਦੀ ਘੈਂਟ ਖੁਸ਼ਬੂ ਹੈ। ਇਹ ਹੁਣ ਮੈਂ ਲਾ ਲਈ ਹੈ ਨਾ, ਜਦੋਂ ਤੱਕ ਮੈਂ ਸ਼ਰਟ ਧੋਣੀ ਨਹੀਂ ਇਹਦੇ 'ਚੋਂ ਸਮੈਲ ਨਹੀਂ ਜਾਣੀ ਇਸ ਪਰਫਿਊਮ ਦੀ। ਤੇ ਹੁਣ ਇੱਥੋਂ ਨਿਕਲਦੇ ਹਾਂ, ਬਾਰਡਰ ਕਰਦੇ ਹਾਂ ਕ੍ਰਾਸ ਤੇ ਦੇਖਦੇ ਹਾਂ ਆਫਿਸਰ ਨਾਲ ਕਰਦੇ ਹਾਂ ਗੱਲਬਾਤ। ਸਵੇਰ ਦਾ ਟਾਈਮ ਹੈ, ਅੱਲਾ ਖੈਰ ਕਰੇਗਾ। ਬਾਰਡਰ ਤੁਹਾਨੂੰ ਰਸ਼ ਨਜ਼ਰ ਆ ਰਿਹਾ, ਬਾਰਡਰ ਕਿੰਨਾ ਬਿਜ਼ੀ ਹੈ। ਉਹ ਸਾਰੀਆਂ ਲਾਈਨਾਂ ਲੱਗੀਆਂ ਨੇ ਉੱਪਰ, ਜਿਹੜੇ ਲੋਕ ਕੈਨੇਡਾ ਤੋਂ US ਆ ਰਹੇ ਨੇ, ਲੇਕਿਨ ਇਸ ਸਾਈਡ 'ਤੇ ਇੰਨਾ ਰਸ਼ ਕੋਈ ਨਹੀਂ ਹੈ। ਇੱਕ ਹੈ ਭਰਾ ਕੋ ਰਾਹ ਮੰਗਿਆ ਜੇ ਦੇ ਦੇ ਤੇ ਬੜੀ ਦੀ ਮਿਹਰਬਾਨੀ।
ਟੂਲ ਵਾਸਤੇ ਵੀ ਇਹਨਾਂ ਨੇ ਸਿਰਫ ਇੱਕ ਹੀ ਆ ਬੂਥ ਖੋਲਿਆ ਹੋਇਆ। ਅਗਰ ਇਹ 3-4 ਓਪਨ ਹੋਣ ਤੇ ਬ੍ਰੇਕ ਨਹੀਂ ਲਾਣੀ ਪੈਂਦੀ। ਸਵੇਰ ਦਾ ਵਿਊ ਚੈੱਕ ਕਰੋ ਤੁਸੀਂ ਬਾਰਡਰ ਦਾ। ਇਹ ਥੱਲੇ ਲੇਕ ਹੈ। ਬ੍ਰਿਜ ਦਾ ਨਾਮ ਬਲੂ ਵਾਟਰ ਬ੍ਰਿਜ ਹੈ। ਇਹਦਾ ਨਾਮ ਬਲੂ ਵਾਟਰ ਬ੍ਰਿਜ ਇਸ ਵਜ੍ਹਾ ਤੋਂ ਜਿਹੜਾ ਥੱਲੇ ਪਾਣੀ ਹੈ ਨਾ ਲੇਕ ਦਾ, ਇਹ ਬਲੂ ਕਲਰ ਦਾ ਹੋ ਜਾਂਦਾ ਵਿੰਟਰ ਦੇ ਵਿੱਚ, ਇਸ ਵਜ੍ਹਾ ਤੋਂ ਇਹਨੂੰ ਬਲੂ ਵਾਟਰ ਬ੍ਰਿਜ ਕਹਿੰਦੇ ਨੇ। ਇਹ ਬ੍ਰਿਜ ਕੈਨੇਡਾ ਤੇ ਯੂਐਸ ਨੂੰ ਕਨੈਕਟ ਕਰਦਾ। ਇਸ ਸਾਈਡ ਤੇ ਸਾਰਨੀਆ ਸਿਟੀ ਹੈ। ਯੂਐਸ ਦੇ ਵਿੱਚ ਜਿਹੜੀ ਆਖਰੀ ਸਿਟੀ ਪੈਂਦੀ ਸਪੋਰਟ ਹੋਣ ਦਾ ਨਾਮ ਹੈ ਸਿਟੀ ਦਾ। ਤੇ ਇਹ ਸਾਰਾ ਤਾਂ ਨਜ਼ਰ ਆ ਰਿਹਾ ਪਾਣੀ ਤੋਂ ਇਸ ਸਾਈਡ ਤੇ ਕੈਨੇਡਾ, ਪਾਣੀ ਤੋਂ ਉਸ ਸਾਈਡ ਤੇ ਯੂਐਸ। ਤੇ ਇਸ ਟਾਈਮ ਅਸੀਂ ਕੈਨੇਡਾ 'ਚ ਟੈਕਨੀਕਲ ਐਂਟਰ ਹੋ ਚੁੱਕੇ ਹਾਂ। ਇੱਥੇ ਉੱਪਰ ਬੋਰਡ ਵੀ ਆ ਜਾਏਗਾ ਵੈਲਕਮ ਟੂ ਕੈਨੇਡਾ। ਇਸ ਸਾਈਡ ਤੋਂ ਹੀ ਵੇਖ ਸਕਦੇ ਹੋ ਤੁਸੀਂ, ਇਹ ਉੱਪਰ ਬੋਰਡ ਆ ਗਿਆ ਵੈਲਕਮ ਟੂ ਕੈਨੇਡਾ। ਇਹ ਬਿਲਡਿੰਗ ਦੀ ਮੈਂ ਗੱਲ ਕਰ ਰਿਹਾ ਸਾਂ ਤੇ ਇਹ ਥੱਲੇ ਟਰੱਕ ਡਰਾਈਵਰ ਸਾਰੇ ਵੇਟ ਕਰ ਰਹੇ ਨੇ ਆਪਣੇ ਲੋਡ ਦਾ। ਲੋਡ ਕਲੀਅਰ ਹੋਣ ਤੇ ਇੱਥੋਂ ਨਿਕਲੀਏ। ਜੇ ਇਹਨਾਂ ਨੂੰ ਸ਼ੱਕ ਮਾੜਾ ਜਿਹਾ ਪਵੇ ਤੇ ਫਿਰ ਇੱਥੋਂ ਲੋਡ ਪੇਪਰ ਵਰਕ ਚੈੱਕ ਕਰਨ ਤੋਂ ਬਾਅਦ ਉੱਪਰ ਇਹਨਾਂ ਦੀਆਂ ਡਾਕਾਂ ਨੇ ਉੱਥੇ ਲਵਾ ਕੇ ਸੀਲ ਭੰਨ ਕੇ ਅੰਦਰੋਂ ਚੈੱਕ ਕਰਦੇ ਨੇ ਕੁੱਤੇ ਲਿਆ ਕੇ ਕਿ ਇਹ ਬੰਦਾ ਕੋਈ ਡਰੱਗ ਵਗੈਰਾ ਤਾਂ ਨਹੀਂ ਲਈ ਜਾਂਦਾ ਕੈਨੇਡਾ ਵਾਪਸ। ਮੈਂ ਭਰਾ ਆਪਣਾ ਜਾਂਦਾ ਪਿਆ ਯੂਐਸ ਨੂੰ। ਸਟੈਪ ਡੈਕ ਗਿਆ। ਜਦੋਂ ਬਾਰਡਰ ਅਸੀਂ ਕ੍ਰਾਸ ਕਰਦੇ ਹਾਂ ਵਾਪਸ ਕੈਨੇਡਾ ਆਉਂਦੇ ਹਾਂ ਤੇ ਪੀਆਰ ਤੇ ਇੱਕ ਪੇਪਰ ਹੁੰਦਾ ਜਿਹਨੂੰ ACI ਬੋਲਦੇ ਨੇ, ਉਹ ਸਾਨੂੰ ਬਸ ਦਿਖਾਣਾ ਹੁੰਦਾ ਬਾਰਡਰ ਤੇ। ਲੱਥਣਾ ਵੀ ਨਹੀਂ ਸਾਨੂੰ ਪੈਂਦਾ, ਟਰੱਕ ਦੇ ਅੰਦਰ ਬੈਠੇ ਬੈਠੇ ਬਾਰਡਰ ਕ੍ਰਾਸ ਕਰ ਲਈਦਾ। Hello, good morning. Just you in there? Just me. Where do you live? I live in London, Ontario. How long in the US? 5 days. Where are you coming back from? Texas. Buy anything? 1 pack of cigarette and 1 fragrance. Here you go. Thank you, officer. ਚਲੋ ਜੀ ਕੈਨੇਡਾ 'ਚ ਐਂਟਰ ਹੋ ਗਏ ਆ। ਇੰਨੇ ਕੁ ਸਵਾਲ ਪੁੱਛਦੇ ਨੇ ਆਫੀਸਰ, ਕਿੱਥੋਂ ਆ ਰਹੇ ਹੋ ਤੇ ਕੀ ਲੈ ਕੇ ਆ ਰਹੇ ਹੋ। ਤੇ ਕੁਝ ਬਾਏ ਕੀਤਾ ਡਿਊਟੀ ਫ੍ਰੀ ਸ਼ਾਪ ਤੋਂ। ਜਿਹੜੀ ਇਹ ਡਿਊਟੀ ਫ੍ਰੀ ਸ਼ਾਪ ਹੈ ਇੱਥੋਂ ਸਿਰਫ ਉਹੀ ਲੋਕ ਸ਼ਾਪਿੰਗ ਕਰ ਸਕਦੇ ਨੇ ਜਿਹੜੇ ਵਾਪਸ ਕੈਨੇਡਾ ਆਉਂਦੇ ਪਏ ਨੇ। ਮਤਲਬ ਅਮਰੀਕਨਸ ਵੀ ਅਗਰ ਕੈਨੇਡਾ ਆ ਰਹੇ ਨੇ ਤੇ ਉੱਥੋਂ ਕੋਈ ਚੀਜ਼ ਬਾਏ ਕਰ ਸਕਦੇ ਨੇ। ਜਿਹੜੇ ਉੱਥੇ ਦੇ ਲੋਕਲ ਲੋਕ ਨੇ ਉਹ ਡਿਊਟੀ ਫ੍ਰੀ ਸ਼ਾਪ ਤੋਂ ਕੋਈ ਚੀਜ਼ ਬਾਏ ਨਹੀਂ ਕਰ ਸਕਦੇ। ਤੁਹਾਨੂੰ ਸਮਝ ਆ ਗਈ ਹੋਣੀ ਹੈ। ਤੇ ਨਿਕਲਦੇ ਹਾਂ ਹੁਣ ਇੱਥੋਂ, ਖਿੱਚਦੇ ਹਾਂ ਟਰੱਕ ਨੂੰ। ਲੰਡਨ ਓਨਟਾਰੀਓ ਜਾ ਕੇ ਮਾਰਾਂਗੇ ਆਪਣੇ ਸ਼ਹਿਰ 'ਚ ਬ੍ਰੇਕ, ਉੱਥੋਂ ਚੁੱਕਾਂਗੇ ਚਾਹ ਤੇ ਫਿਰ ਨੈਕਸਟ ਸਟਾਪ ਹੋਏਗਾ ਆਪਣਾ ਮਿਸੀਸਾਗਾ ਯਾਰਡ। ਇਹ ਟ੍ਰੈਫਿਕ ਵੇਖਦੇ ਪਏ ਹੋ, ਸਾਰੇ ਲੋਕਾਂ ਨੇ ਬਾਰਡਰ ਕਰਨਾ ਕ੍ਰਾਸ। ਬ੍ਰਿਜ ਤੱਕ ਟ੍ਰੈਫਿਕ ਲੱਗੀ ਹੈ। ਉਹ ਬ੍ਰਿਜ ਵੀ ਸਾਰਾ ਭਰਿਆ ਸੀ ਤੇ ਇੱਥੇ ਤੱਕ ਟ੍ਰੈਫਿਕ ਲੱਗੀ ਹੈ। ਸਵੇਰ ਦੇ ਟਾਈਮ ਆਓ ਤੇ ਇੰਝ ਹੀ ਹੁੰਦਾ। इन ਲੋਕਾਂ ਨੂੰ 2-2.5 ਘੰਟੇ ਲੱਗ ਜਾਣੇ ਨੇ ਕਮ ਅਜ਼ ਕਮ ਬਾਰਡਰ ਕ੍ਰਾਸ ਕਰਦੇ ਹੋਏ। ਤੇ ਕੰਪਨੀ ਇਸ ਚੀਜ਼ ਦਾ ਕੋਈ ਪੇ ਪੋ ਨਹੀਂ ਕਰਦੀ। ਇਹ ਜਿਹੜਾ ਟਾਈਮ ਵੇਸਟ ਹੁੰਦਾ ਹੈ ਗਾਰਬੇਜ ਜਾਂਦਾ ਸਾਰਾ। ਇੱਕ ਦਿਨ 'ਚ ਪਤਾ ਨਹੀਂ ਕਿੰਨੇ ਹਜ਼ਾਰ ਟਰੱਕ ਇੱਥੋਂ ਲੰਘਦੇ ਨੇ ਇਸ ਬਾਰਡਰ ਤੋਂ। ਇੱਥੇ ਤੱਕ ਟ੍ਰੈਫਿਕ ਹੈ, ਤੁਸੀਂ ਆਪ ਹੀ ਹਿਸਾਬ ਲਾ ਲਓ। ਉਹ ਡਿਊਟੀ ਫ੍ਰੀ ਸ਼ਾਪ ਤੋਂ ਇੱਥੇ ਆਂਦੇ ਆਂਦੇ ਮੈਨੂੰ 5-6 ਮਿੰਟ ਲੱਗ ਗਏ ਨੇ ਤੇ ਇਹਨਾਂ ਨੂੰ ਜਾਂਦੇ ਕਿੰਨਾ ਟਾਈਮ ਲੱਗੇਗਾ ਆਪ ਹੀ ਹਿਸਾਬ ਲਾ ਲਓ ਤੁਸੀਂ। ਆਪਣੇ ਸ਼ਹਿਰ ਵੜੇ ਆ ਤੇ ਪਤਾ ਲੱਗ ਗਿਆ। ਇਹਨਾਂ ਨੇ ਚੈੱਕ ਕਰੋ ਕਿੱਥੇ ਟਰੱਕ ਪਾਰਕ ਕੀਤੇ ਨੇ ਰਾਹ ਦੇ ਵਿੱਚ ਹੀ, ਕੋਈ ਟੈਨਸ਼ਨ ਨਹੀਂ। ਯਾਰ ਕਮਾਲ ਹੈ, ਦੇਖੋ ਇਹਨਾਂ ਨੇ ਕਿੱਥੇ ਪਾਰਕ ਕਰਕੇ ਸੁੱਤੇ ਨੇ। ਹੁਣ ਤੇ ਦਿਨ ਚੜ ਗਿਆ, ਮੂਵ ਕਰੋ ਭਾਜੀ ਇਹਨੂੰ। ਟਿਕਟ ਲੱਗ ਜਾਂਦੀ ਅਗਰ ਇਦਾਂ ਖਲੋਤੇ ਰਹਿੰਦੇ ਆ। ਟਰੱਕ ਸਟਾਪ ਵਾਲੇ ਪੁਲਿਸ ਨੂੰ ਬੁਲਾ ਲੈਣ ਨਾ ਤੇ ਪੁਲਿਸ ਆ ਕੇ ਫਿਰ ਟਿਕਟਾਂ ਦਿੰਦੀ ਚੰਗੀਆਂ ਸੁਥਰੀਆਂ। ਤੁਹਾਨੂੰ ਮੈਂ ਇੱਕ ਚੀਜ਼ ਵਿਖਾਉਂਦਾ, ਕੈਮਰਾ ਚੈੱਕ ਕਰੋ ਤੁਸੀਂ। ਮਤਲਬ ਇਹਨੂੰ ਮੋੜਨ ਦੀ ਵੀ ਲੋੜ ਨਹੀਂ ਪੈਣੀ ਹੁਣ। 360 ਕੈਮਰਾ ਤੇ ਕਾਫੀ ਘੈਂਟ ਕੈਮਰਾ ਸੀ। ਮੈਂ ਸੋਚ ਰਿਹਾ ਸੀ ਬਾਏ ਕਰਾਂ ਤੇ ਐਕਸ਼ਨ ਕੈਮਰਾ। ਵੈਸੇ ਮੈਂ ਲਿਆ ਆਪਣੀ ਬਾਈਕ ਲਈ ਹੈ ਲੇਕਿਨ ਅਸੀਂ ਟਰੱਕ 'ਚ ਵੀ ਯੂਜ਼ ਕਰਾਂਗੇ। ਭਰਾ ਆ ਗਿਆ ਆਪਣਾ, ਚੱਲਦੇ ਹਾਂ ਟਿਮ ਹੋਟਨ ਹੁਣ। ਤੇ ਇਹ ਚੱਲਨੇ ਅਸੀਂ ਡਰਾਈਵ ਥਰੂ ਹੀ। ਅੰਦਰ ਜਾਣ ਦਾ ਟਾਈਮ ਲੱਗ ਜਾਣਾ। ਵੇਖ ਰਹੇ ਹੋ ਕਿੰਨਾ ਰਸ਼ ਹੈ ਤੇ ਟਾਈਮ ਬਚਾਉਣ ਲਈ ਇੱਥੇ ਚੱਲਾਂਗੇ ਹੁਣ ਡਰਾਈਵ ਥਰੂ। Hi. Can I have one large regular coffee?
and one everything bagel toasted with butter, and one medium double. All good. That's everything? Yeah. $8.92. थैंक यू। $9 ਲਾਤੇ ਨੇ ਛੋਟੇ ਭਾਈ ਨੇ ਸਵੇਰੇ ਸਵੇਰੇ। ਆ ਚੱਲਿਆ ਆਪਣਾ ਯੂਐਸ ਨੂੰ ਤੇ ਅਸੀਂ ਯੂਐਸ ਤੋਂ ਹੋਣੀ ਆਏ ਆ। ਹਾਂਜੀ ਗਾਇਸ, ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਨਵੇਂ ਵਲੌਗਸ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹੁਣ ਮੈਂ ਚੱਲਿਆ ਯਾਰ, ਦਾੜੀ ਵੀ ਕਟਾਣੀ ਹੈ, ਵਾਲ ਵੀ ਕਟਾਣੇ, ਟਾਈਮ ਘੱਟ ਹੈ ਆਪਣੇ ਕੋਲ ਤੇ ਨਿਕਲਦੇ ਆ। ਮੈਂ ਮਿਲਦਾ ਤੁਹਾਨੂੰ ਫਿਰ ਨੈਕਸਟ ਵੀਡੀਓ 'ਚ। ਹਾਂਜੀ ਭਾਜੀ ਕੀ ਵੇਖ ਰਹੇ ਹੋ? ਯਾਰ ਜਦੋਂ ਵੀਡੀਓ ਬਣਾ ਰਹੇ ਹੋ ਨਾ ਲੋਕ ਇਦਾਂ ਤੱਕਦੇ ਨੇ ਜਿਵੇਂ ਪਤਾ ਨਹੀਂ ਕੀ ਹੋ ਗਿਆ। ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼।